श्री अकाल जी, मैं चरणजीत कौर रखरा, तुसी देख रहे हो मालवा न्यूज़। गुरमीत राम रहीम जिहड़े डेरा सिरसा दे मुखी ने ਉਹ एक बार फिर तो पैरोल ते बाहर आ गए ने। ਉਹਨਾਂ ਨੂੰ किन्ने दिनां दी पैरोल मिली है ਉਹ ਤੁਹਾਨੂੰ ਦੱਸਾਂਗੇ, पर उस तो पहला जेकर तुसी साडे चैनल ਨੂੰ सबसक्राइब नहीं कीता ਤਾਂ प्लीज़ सबसक्राइब कर लो। जेकर तुसी साडे पेज ਨੂੰ फेसबुक ਦੇ ਉੱਪਰ लाइक नहीं कीता ਤਾਂ प्लीज़ फेसबुक ਦੇ ਉੱਪਰ भी लाइक जरूर कर लो। ਅੱਜ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਡੇਰਾ ਸਿਰਸਾ ਦੇ ਜਿਹੜੇ ਮੁਖੀ ਨੇ ਗੁਰਮੀਤ ਰਾਮ ਰਹੀਮ, ਉਹ ਇੱਕ ਵਾਰ ਮੁੜ ਫੇਰ ਜਿਹੜੇ ਆ ਉਹ ਪੈਰੋਲ ਤੇ ਬਾਹਰ ਆ ਗਏ ਨੇ। ਉਹਨਾਂ ਨੂੰ 1 ਮਹੀਨੇ ਦੀ ਜਿਹੜੀ ਪੈਰੋਲ ਤੇ ਜਿਹੜਾ ਉਹਨਾਂ ਨੂੰ ਬਾਹਰ ਭੇਜਿਆ ਗਿਆ ਆ। ਅੱਜ 7:30 ਵਜੇ ਸੁਨਾਰੀਆ ਜੇਲ੍ਹ ਤੋਂ ਉਹ ਬਾਹਰ ਆਏ ਨੇ ਗੁਰਮੀਤ ਰਾਮ ਰਹੀਮ। ਉਹਨਾਂ ਨੂੰ ਲੈਣ ਦੇ ਲਈ ਜਿਹੜੇ ਉਹਨਾਂ ਨੂੰ ਉਥੋਂ ਜੇਲ੍ਹ ਦੇ ਵਿੱਚੋਂ ਲੈਣ ਗਏ ਸੀ, ਉਹ ਉਹਨਾਂ ਦੇ ਚਚੇਰੇ ਭਰਾ ਤੇ ਇੱਕ ਜਿਹੜੇ ਹਨੀਪ੍ਰੀਤ ਆ, ਇਹ ਦੋਨੇ ਜਾਣੇ ਜਿਹੜੇ ਆ ਗੁਰਮੀਤ ਰਾਮ ਰਹੀਮ ਨੂੰ ਲੈਣ ਗਏ ਸੀ। ਤੁਹਾਨੂੰ ਦੱਸ ਦਈਏ ਕਿ ਜਿਹੜੀ ਉੱਤਰ ਪ੍ਰਦੇਸ਼ ਦੀ ਜਿਹੜੀ ਪੁਲਿਸ ਹੈ, ਉਹਨੇ ਅਦਾਲਤ ਦੇ ਵਿੱਚ ਸੁਰੱਖਿਆ ਨੂੰ ਲੈ ਕੇ NOC ਪੇਸ਼ ਕੀਤੀ ਹੈ, ਜਿਸ ਤੋਂ ਬਾਅਦ ਅਦਾਲਤ ਨੇ ਉਹਨੂੰ ਸਿਰਫ यूपी ਦੇ ਵਿੱਚ ਰਹਿਣ ਦੇ ਲਈ ਜਿਹੜੇ ਸਿਰਫ यूपी ਦੀ ਵਿੱਚ ਰਹਿਣ ਦੇ ਲਈ ਜਿਹੜੀ ਸ਼ਰਤ ਦੇ ਉੱਤੇ ਉਹਨੂੰ 1 ਮਹੀਨੇ ਦੀ ਪੈਰੋਲ ਤੇ ਜਿਹੜਾ ਉਹਨੂੰ ਛੱਡਿਆ ਆ। ਤੁਹਾਨੂੰ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਨੇ 40 ਦਿਨਾਂ ਦੀ ਪੈਰੋਲ ਦੀ ਜਿਹੜੀ ਆ ਮੰਗ ਕੀਤੀ ਸੀ, पर 40 ਦਿਨਾਂ ਦੀ ਮੰਗ ਤੇ ਉਹਦੀ ਨਾ ਮੰਨਦੇ ਹੋਏ ਸਿਰਫ ਉਹਨੂੰ 30 ਦਿਨ ਦੀ ਜਿਹੜੀ ਹੈ ਪੈਰੋਲ ਦਿੱਤੀ ਗਈ ਹੈ। ਹੁਣ ਗੁਰਮੀਤ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਜਿਹੜਾ ਵਿੱਚ ਉਹਨਾਂ ਦਾ ਬਾਗਪਤ ਦੇ ਵਿੱਚ ਜਿਹੜਾ ਉਹਨਾਂ ਦਾ ਡੇਰਾ ਆ, ਉਹਦੇ ਵਿੱਚ ਰਹਿਣਗੇ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਮੌਕੇ ਵੀ ਜਿਹੜਾ ਆ ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ। ਤੁਹਾਨੂੰ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਹੈ ਜਿਹੜਾ ਉਸ ਦੇ ਉੱਪਰ 2 ਸਾਧਵੀਆਂ ਦੇ ਜਿਹੜੇ ਯੋਨ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਅਤੇ ਇੱਕ ਜਿਹੜੇ ਆ ਪੱਤਰਕਾਰ ਸੀ ਜਿਹੜੇ ਰਾਮਚੰਦਰ ਛਤਰਪਤੀ ਸੀ, ਜਿਹੜੇ ਉਹਨਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜਾ ਆ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ। ਉਹਨਾਂ ਦੇ ਦੋਸ਼ ਦੇ ਵਿੱਚ ਜਿਹੜੇ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਸੀ, ਪਰ ਅੱਜ ਇੱਕ ਵਾਰ ਫਿਰ ਜਿਹੜਾ ਆ ਅਦਾਲਤ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜਿਹੜੀ ਆ 23 ਦਿਨਾਂ ਦੀ ਜਿਹੜੀ ਉਹਨਾਂ ਦੀ ਹੈ ਪੈਰੋਲ ਦੀ ਜਿਹੜੀ ਮਨਜ਼ੂਰੀ ਦਿੱਤੀ ਹੈ। ਤੇ ਹੁਣ ਉਹ यूपी ਦੇ ਵਿੱਚ ਜਿਹੜਾ ਉਹਨਾਂ ਦਾ ਬਾਗਪਤ ਦੇ ਵਿੱਚ ਜਿਹੜਾ ਉਹਨਾਂ ਦਾ ਡੇਰਾ ਆ, ਉਹਦੇ ਵਿੱਚ 30 ਦਿਨਾਂ ਦੀਆਂ ਛੁੱਟੀਆਂ ਕੱਟਣਗੇ। ਇਸ ਤੋਂ ਪਹਿਲਾਂ ਜਦੋਂ ਉਹ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਵੀ ਜਦੋਂ 21 ਦਿਨਾਂ ਦੀ ਪੈਰੋਲ ਤੇ ਆਏ ਸੀ, ਤਾਂ ਉਦੋਂ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਕਿ ਸ਼ਾਇਦ ਇਹ ਚੋਣਾਂ ਦੇ ਕਰਕੇ ਜਿਹੜਾ ਆ ਇਹ ਬਾਹਰ ਇਹਨਾਂ ਨੂੰ ਪੈਰੋਲ ਤੇ ਛੱਡਿਆ ਗਿਆ ਆ। ਪਰ ਅੱਜ ਇੱਕ ਵਾਰ ਫਿਰ ਜਿਹੜਾ ਉਹਨਾਂ ਨੂੰ 30 ਦਿਨਾਂ ਦੀ ਜਿਹੜੀ ਹੈ ਪੈਰੋਲ ਦਿੱਤੀ ਗਈ ਹੈ ਤੇ 30 ਦਿਨਾਂ ਦੇ ਲਈ ਉਹ ਆਪਣੇ ਜਿਹੜਾ यूपी ਦੇ ਵਿੱਚ ਡੇਰਾ ਆ ਬਾਗਪਤ ਦੇ ਵਿੱਚ ਉੱਥੇ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਗੁਰਮੀਤ ਰਾਮ ਰਹੀਮ ਦੀ ਬੇਟੀ ਤੇ ਉਹਨਾਂ ਦਾ ਜਵਾਈ ਜਦੋਂ ਆ ਡੇਰਾ ਛੱਡ ਕੇ ਬਾਹਰ ਯੂਰਪ ਦੇ ਵਿੱਚ ਸੈੱਟ ਹੋਣ ਦੇ ਲਈ ਜਾ ਰਹੇ ਸੀ, ਤਾਂ ਉਦੋਂ ਵੀ ਬਹੁਤ ਇੱਕ ਭਾਵਕ ਦ੍ਰਿਸ਼ ਸੀ ਕਿ ਕਿਵੇਂ ਉਹ ਆਪਣੇ ਡੇਰਾ ਛੱਡਣ ਦੇ ਜਦੋਂ ਡੇਰਾ ਛੱਡ ਰਹੇ ਸੀ ਉਹਨਾਂ ਦੀ ਬੇਟੀ, ਤਾਂ ਕਿਵੇਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹ ਵੀ ਜਿਹੜਾ ਭਾਵਕ ਦ੍ਰਿਸ਼ ਸੀ। ਪਰ ਇਸ ਤੋਂ ਪਹਿਲਾਂ ਜਦੋਂ ਹਨੀਪ੍ਰੀਤ ਦੇ ਵੱਲੋਂ ਹਨੀਪ੍ਰੀਤ ਦੇ ਕੁਝ ਕੁ ਜਿਹੜੀ ਉਹਨਾਂ ਦੀ ਕਮੇਟੀ ਸੀ, ਇੱਕ ਜਿਹੜੇ ਉਹਨਾਂ ਦੇ ਡੇਰਾ ਪ੍ਰੇਮੀ ਸੀ ਗੁਰਮੀਤ ਰਾਮ ਰਹੀਮ ਦੇ ਜਿਹੜੇ ਡੇਰਾ ਪ੍ਰੇਮੀ ਸੀ, ਅਤੇ ਜਿਹੜੀ ਹਨੀਪ੍ਰੀਤ ਦੇ ਜਿਹੜੀ ਅੱਡ ਕਮੇਟੀ ਸੀ, ਉਹਨਾਂ ਦੇ ਵੱਲੋਂ ਵੀ ਇਹ ਚਰਚਾਵਾਂ ਕੀਤੀਆਂ ਜਾ ਰਹੀਆਂ ਸੀ ਕਿ ਜੇ ਸ਼ਾਇਦ ਜਿਹੜਾ ਡੇਰੇ ਦਾ ਪ੍ਰਬੰਧ ਹੈ ਉਹ ਹਨੀਪ੍ਰੀਤ ਸਾਂਭੇਗੀ। ਤੇ ਪਰ ਜਿਸ ਤੋਂ ਬਾਅਦ ਬਹੁਤ ਸਾਰੇ ਪੱਤਰ ਵੀ ਜਿਹੜੇ ਗੁਰਮੀਤ ਰਾਮ ਰਹੀਮ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਜਿਹੜੀ ਉਹਨਾਂ ਦੀ ਸੰਗਤ ਨੂੰ ਭੇਜੇ ਗਏ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਡੇਰੇ ਦਾ ਜਿਹੜਾ ਮੁਖੀ ਆ ਉਹ ਸਿਰਫ ਤੇ ਸਿਰਫ ਮੈਂ ਹੀ ਰਵਾਂਗਾ, ਗੁਰਮੀਤ ਰਾਮ ਰਹੀਮ ਹੀ ਰਵੇਗਾ ਤੇ ਤੁਹਾਨੂੰ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਆਉਣ ਦੀ ਲੋੜ ਨਹੀਂ। ਜਿਸ ਤੋਂ ਬਾਅਦ ਹਨੀਪ੍ਰੀਤ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਸੀ ਕਿ ਸਾਡੇ ਜਿਹੜਾ ਡੇਰੇ ਦਾ ਮੁਖੀ ਹੈ ਉਹ ਸਿਰਫ ਤੇ ਸਿਰਫ ਜਿਹੜੇ ਆ ਉਹਨਾਂ ਦੇ ਜਿਹੜੇ ਪਿਤਾ ਆ ਗੁਰਮੀਤ ਰਾਮ ਰਹੀਮ ਹੀ ਰਹਿਣਗੇ। ਜਿਹੜੀਆਂ ਇਹ ਫਾਲਤੂ ਦੀਆਂ ਖਬਰਾਂ ਆਉਂਦੀਆਂ ਨੇ ਇਹ ਸਿਰਫ ਫੇਕ, ਇਹਨਾਂ ਬਾਰੇ ਉਹਨਾਂ ਨੇ ਫੇਕ ਦੱਸੀਆਂ ਸੀ। ਪਰ ਕਿਤੇ ਨਾ ਕਿਤੇ ਇਹ ਚਰਚਾਵਾਂ ਨੇ ਜਿਹੜਾ ਆ ਇੱਕ ਵੱਡਾ ਰੁੱਖ ਜ਼ਰੂਰ ਫੜਿਆ ਸੀ ਕਿ ਜਦੋਂ ਇਹ ਗੱਲਾਂ ਆਉਂਦੀਆਂ ਸੀ ਕਿ ਸ਼ਾਇਦ ਜਿਹੜਾ ਡੇਰੇ ਦਾ ਪ੍ਰਬੰਧ ਹੈ ਉਹ ਹਨੀਪ੍ਰੀਤ ਸਾਂਭੇਗੀ, ਕਿਉਂਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਹੌਲੀ ਹੌਲੀ ਬਾਹਰ ਯੂਰਪ ਦੇ ਵਿੱਚ ਸੈੱਟ ਹੁੰਦਾ ਹੋਇਆ ਦਿਖਾਈ ਦੇ ਰਿਹਾ ਆ। ਜਿਸ ਤੋਂ ਬਾਅਦ ਇਹ ਚਰਚਾਵਾਂ ਛਿੜੀਆਂ ਹੋਈਆਂ ਸਨ ਕਿ ਸ਼ਾਇਦ ਜਿਹੜਾ ਡੇਰੇ ਦਾ ਪ੍ਰਬੰਧ ਆ ਉਹ ਹਨੀਪ੍ਰੀਤ ਸਾਂਭੇਗੀ। ਪਰ ਉਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਜਿਹੜਾ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਹੁਤ ਸਾਰੇ ਪੱਤਰ ਵੀ ਜਾਰੀ ਕੀਤੇ ਸਨ ਕਿ ਜਿਹੜਾ ਡੇਰੇ ਦਾ ਪ੍ਰਬੰਧ ਹੈ ਤੇ ਡੇਰੇ ਦਾ ਮੁਖੀ ਆ ਉਹ ਸਿਰਫ ਤੇ ਸਿਰਫ ਗੁਰਮੀਤ ਰਾਮ ਰਹੀਮ ਹੀ ਸਾਂਭੇਗਾ, ਚਾਹੇ ਉਹ ਜੇਲ੍ਹ ਦੇ ਵਿੱਚ ਹੋਵੇ ਚਾਹੇ ਉਹ ਕਿਤੋਂ ਵੀ ਹੋਵੇ। ਇਹ ਉਹਨਾਂ ਨੇ ਆਪਣੀ ਸੰਗਤ ਨੂੰ ਸਪਸ਼ਟ ਕੀਤਾ ਸੀ, ਜਿਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਸੀ ਕਿ ਜਿਹੜਾ ਡੇਰੇ ਦਾ ਪ੍ਰਬੰਧ ਹੈ ਸਿਰਫ ਤੇ ਸਿਰਫ ਗੁਰਮੀਤ ਰਾਮ ਰਹੀਮ ਹੀ ਜਿਹੜਾ ਸਾਂਭੇਗਾ।
ਤੁਹਾਨੂੰ ਦੱਸ ਦਈਏ ਕਿ ਜਦੋਂ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਬਹੁਤ ਉੱਠੇ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਤਾਂ ਉਦੋਂ ਡੇਰਾ ਮੁਖੀ ਨੂੰ ਜਿਹੜਾ ਆ ਇਹ ਦੋਸ਼ੀ ਮੰਨਿਆ ਜਾਂਦਾ ਸੀ ਕਿ ਡੇਰਾ ਮੁਖੀ ਦੇ ਵੱਲੋਂ ਜਿਹੜੀਆਂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਜਾਂਦੀਆਂ ਆ। ਕਿਉਂਕਿ ਤੁਹਾਨੂੰ ਦੱਸ ਦਈਏ ਕਿ ਬਹਿਬਲ ਕਲਾਂ ਵਿਖੇ ਜਦੋਂ ਇਹ ਸਾਰਾ ਮੁੱਦਾ ਹੋਇਆ ਸੀ ਤਾਂ ਉੱਥੇ ਪੋਸਟਰ ਵੀ ਲਗਾਏ ਗਏ ਸੀਗੇ ਤੇ ਉੱਥੇ ਸਿੱਧਾ ਸਿੱਧਾ ਕਿਹਾ ਗਿਆ ਸੀ ਕਿ ਜਿਹੜੇ ਡੇਰੇ ਦੇ ਜਿਹੜੇ ਪ੍ਰਬੰਧਕਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਆ, ਜਿਸ ਤੋਂ ਬਾਅਦ ਜਿਹੜੇ ਆ ਡੇਰਾ ਮੁਖੀ ਦੇ ਉੱਪਰ ਉਂਗਲਾਂ ਚੁੱਕੀਆਂ ਗਈਆਂ ਸਨ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਮੁੱਦੇ ਹੋਏ ਨੇ, ਮਾਮਲੇ ਹੋਏ ਨੇ, ਉਹ ਗੁਰਮੀਤ ਰਾਮ ਰਹੀਮ ਦੇ ਵੱਲੋਂ ਕਰਵਾਏ ਗਏ ਆ। ਇਸ ਨੂੰ ਲੈ ਕੇ ਬਹੁਤ ਸਾਰੀਆਂ ਸਿੱਟਾਂ ਵੀ ਬਣੀਆਂ ਸਨ, SIT ਦੀਆਂ ਟੀਮਾਂ ਵੀ ਬਣੀਆਂ ਸਨ, ਇਸ ਦੇ ਉੱਪਰ ਜਿਹੜੀ ਆ ਜਾਂਚ ਟੀਮ ਵੀ ਚੱਲਦੀ ਸੀ। ਪਰ ਜਦੋਂ ਚਰਨਜੀਤ ਚੰਨੀ ਦੇ ਮੌਕੇ ਜਦੋਂ ਨਵੀਂ SIT ਜਿਹੜੀ ਟੀਮ ਬਣਾਈ ਗਈ ਸੀ ਉਸ ਦੇ ਵਿੱਚ ਜਿਹੜਾ ਆ ਇਹਨੂੰ ਜਿਹੜਾ ਦੋਸ਼ੀ ਜਿਹੜਾ ਕਰਾਰ ਦਿੱਤਾ ਗਿਆ ਸੀਗਾ ਗੁਰਮੀਤ ਰਾਮ ਰਹੀਮ ਨੂੰ, ਜਿਸ ਤੋਂ ਬਾਅਦ ਜਿਹੜਾ ਆ SIT ਟੀਮ ਨੇ ਜਿਹੜਾ ਫਰੀਦਕੋਟ ਦੀ ਅਦਾਲਤ ਦੇ ਵਿੱਚ ਵੀ ਜਿਹੜਾ ਸੰਮਣ ਪੇਸ਼ ਕੀਤੇ ਸਨ ਤੇ ਫਰੀਦਕੋਟ ਦੀ ਅਦਾਲਤ ਨੇ ਵੀ ਜਿਹੜਾ ਡੇਰਾ ਮੁਖੀ ਨੂੰ ਪੰਜਾਬ ਲਿਆਉਣ ਦੀ ਜਿਹੜੀ ਆ ਮੰਗ ਕੀਤੀ ਸੀ। ਡੇਰਾ ਮੁਖੀ ਨੂੰ ਵਾਰੰਟ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਖਤਰਾ ਆ, ਉਹਨਾਂ ਦੀ ਜਾਨ ਨੂੰ ਖਤਰਾ ਆ। ਜਿਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਇੱਕ ਰਾਹਤ ਦਿੱਤੀ ਸੀ ਕਿ ਜਿਹੜਾ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਉਹਨਾਂ ਨੂੰ ਸਿਰਫ ਪੇਸ਼ੀ ਦੇ ਜਿਹੜੇ ਆਰਡਰ ਦੇ ਦਿੱਤੇ ਸੀ ਕਿ ਜਿਹੜੀ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜੀ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਜਿਹੜੀ ਜਦੋਂ ਹੁਣ ਉਹਨਾਂ ਦੀ ਤੀਜੀ ਵਾਰ ਦੀ ਜਿਹੜੀ ਵੀਡੀਓ ਕਾਨਫਰੰਸਿੰਗ ਜਿਹੜੀ ਪੇਸ਼ੀ ਸੀ ਉਸ ਦੇ ਵਿੱਚ ਫਰੀਦਕੋਟ ਅਦਾਲਤ ਦੇ ਵੱਲੋਂ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਜਿਹੜੀ ਹੈ ਫਿਰ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਮੁੱਦਾ ਵੀ ਉਠਾਇਆ ਸੀ ਕਿ ਜਿਹੜਾ ਡੇਰਾ ਮੁਖੀ ਨੂੰ ਜਿਹੜੇ ਆ ਕਿਵੇਂ ਰਾਹਤਾਂ ਦਿੱਤੀਆਂ ਜਾ ਰਹੀਆਂ ਆ, ਕਿਉਂਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਨੂੰ ਲੈ ਕੇ ਮੁੱਦਾ ਜਿਹੜਾ ਆ ਬਹੁਤ ਗਰਮਾਇਆ ਹੋਇਆ ਸੀ। ਇਸ ਕਰਕੇ ਜਿਹੜੇ ਪੰਜਾਬ ਦੇ ਲੋਕਾਂ ਦੀ ਬੜੇ ਚਿਰ ਤੋਂ ਮੰਗ ਵੀ ਸੀ ਕਿ ਜਿਹੜੀ ਗੁਰਮੀਤ ਰਾਮ ਰਹੀਮ ਹੈ ਜਿਹੜੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਇਹੋ ਜਿਹੀਆਂ ਘਟਨਾਵਾਂ ਕਰਾਈਆਂ ਨੇ ਉਹ ਅਸਲ ਦੋਸ਼ੀ ਜਿਹੜੇ ਫੜ ਕੇ ਜਿਹੜੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਪਰ ਜਿਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਜਦੋਂ ਪੇਸ਼ੀ ਦੇ ਦੌਰਾਨ ਉਹਨਾਂ ਦੇ ਵਕੀਲਾਂ ਨੇ ਜਿਹੜੀਆਂ ਆਪਣੀਆਂ ਦਲੀਲਾਂ ਦਿੱਤੀਆਂ ਤਾਂ ਉਹਨਾਂ ਨੂੰ ਇੱਕ ਕੇਸ ਦੇ ਵਿੱਚੋਂ ਜਿਹੜੀ ਜ਼ਮਾਨਤ ਵੀ ਦੇ ਦਿੱਤੀ ਗਈ ਸੀ। ਪਰ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਵੀ ਹੈ ਉਹਨਾਂ ਨੂੰ ਸਜ਼ਾ ਜਿਹੜੀ ਹੈ 2 ਸਾਧਵੀਆਂ ਦੇ ਯੌਨ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਤੇ ਜਿਹੜਾ ਆ ਇੱਕ ਜਿਹੜੇ ਉਹਨਾਂ ਦੇ ਪੱਤਰਕਾਰ ਸੀ ਰਾਮਚੰਦਰ ਜਿਹੜੇ ਛਤਰਪਤੀ ਸੀ ਉਹਨਾਂ ਦੀ ਜਿਹੜੀ ਹੱਤਿਆ ਹੋਈ ਸੀ ਉਹਦੇ ਮਾਮਲੇ ਦੇ ਵਿੱਚ ਵੀ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਸੀ। ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਸਾਰਾ ਮਾਮਲਾ ਜਿਹੜੀਆਂ ਜਿਹੜੀਆਂ ਸਾਧਵੀਆਂ ਸੀ ਉਹਨਾਂ ਦੇ ਮਾਮਲਾ ਤੇ ਜਿਹੜੇ ਪੱਤਰਕਾਰ ਦੀ ਜਿਹੜੀ ਹੱਤਿਆ ਹੋਈ ਸੀ ਉਹਦੇ ਮਾਮਲੇ ਦੇ ਵਿੱਚ ਜਦੋਂ ਪੰਚਕੂਲਾ ਦੀ ਅਦਾਲਤ ਦੇ ਵਿੱਚ ਇਹਦੀ ਸੁਣਵਾਈ ਹੋਣੀ ਸੀ ਤਾਂ ਬਹੁਤ ਸਾਰੀਆਂ ਜਿਹੜੀਆਂ ਗੁਰਮੀਤ ਰਾਮ ਰਹੀਮ ਦੀਆਂ ਗੱਡੀਆਂ ਦੇ ਕਾਫਲੇ ਆਏ ਸਨ, ਕਿਉਂਕਿ ਜਦੋਂ ਪੰਚਕੂਲਾ ਦੇ ਵਿੱਚ ਇਹਨਾਂ ਸਾਰਿਆਂ ਦੀ ਸੁਣਵਾਈ ਹੋਣੀ ਸੀ ਤਾਂ ਗੁਰਮੀਤ ਰਾਮ ਰਹੀਮ ਬੇਖੌਫ ਹੋ ਕੇ ਅਦਾਲਤ ਦੇ ਵਿੱਚ ਵੱਡੀਆਂ ਗੱਡੀਆਂ ਦੇ ਕਾਫਲਿਆਂ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਆਇਆ ਸੀ। ਪਰ ਜਦੋਂ ਅਦਾਲਤ ਦੇ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਤਾਂ ਪੰਚਕੂਲਾ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਹੁੰਚੇ ਹੋਏ ਉਹਨਾਂ ਦੇ ਡੇਰਾ ਪ੍ਰੇਮੀਆਂ ਦੇ ਵੱਲੋਂ ਭੰਨ ਤੋੜ ਕੀਤੀ ਗਈ ਅਤੇ ਸਰਕਾਰੀ ਪ੍ਰਾਪਰਟੀਆਂ ਦੀ ਵੀ ਜਿਹੜਾ ਬਹੁਤ ਨੁਕਸਾਨ ਕੀਤਾ ਗਿਆ। ਕਈਆਂ ਜਿਹੜੇ ਡੇਰਾ ਪ੍ਰੇਮੀਆਂ ਦੇ ਵੱਲੋਂ ਜਿਹੜੇ ਆ ਉਹਨਾਂ ਦੇ ਉੱਥੋਂ ਦੇ ਜਿਹੜੇ ਲੋਕ ਰਹਿਣ ਵਾਲੇ ਸੀ ਉਹਨਾਂ ਦੇ ਘਰਾਂ ਦੇ ਵਿੱਚ ਵੀ ਅੱਗ ਲਗਾਈ ਗਈ ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਸਨ ਜਦੋਂ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੇ ਵਿੱਚ ਜਦੋਂ 2 ਸਾਧਵੀਆਂ ਦੇ ਯੌਨ ਸ਼ੋਸ਼ਣ ਮਾਮਲੇ ਦੇ ਵਿੱਚ ਤੇ ਜਿਹੜਾ ਇੱਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਸੀ ਤਾਂ ਉਦੋਂ ਉਹਨਾਂ ਨੂੰ ਜਿਹੜਾ ਆ ਇੱਕ ਅਦਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਦੋਂ ਜਿਹੜਾ ਆ ਪੱਤਰਕਾਰਾਂ ਦੇ ਵੱਲੋਂ ਜਿਹੜਾ ਇਹ ਸਾਰਾ ਕੁਝ ਵਿਖਾਇਆ ਗਿਆ ਸੀ ਕਿ ਜਦੋਂ ਕਿਵੇਂ ਜਿਹੜੇ ਆ ਉਹਨਾਂ ਦੇ ਡੇਰਾ ਪ੍ਰੇਮੀ ਨੇ ਉਹਨਾਂ ਨੇ ਪੰਚਕੂਲਾ ਦੇ ਵਿੱਚ ਜਿਹੜਾ ਇੱਕੋ ਦਮ ਹੜਦਮ ਮਚਾ ਦਿੱਤਾ, ਕਿਉਂਕਿ ਅਦਾਲਤ ਨੇ ਇਹ ਸਟ੍ਰਿਕਟ ਕਹਿ ਦਿੱਤਾ ਸੀ ਕਿ ਜਿਹੜੇ ਉਹਨਾਂ ਨੂੰ ਐਟ ਅ ਟਾਈਮ ਹੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਪੇਸ਼ੀ ਦੇ ਦੌਰਾਨ ਆਇਆ ਸੀ ਗੁਰਮੀਤ ਰਾਮ ਰਹੀਮ ਤੇ ਨਾਲ ਹਨੀਪ੍ਰੀਤ ਆਈ ਸੀ ਉਦੋਂ ਉਸੇ ਟਾਈਮ ਹੀ ਅਦਾਲਤ ਨੇ ਉਹਨਾਂ ਨੂੰ ਅਰੈਸਟ ਦੇ ਜਿਹੜੇ ਆ ਵਾਰੰਟ ਜਾਰੀ ਕਰ ਦਿੱਤੇ ਸੀ ਕਿ ਇਹਨਾਂ ਨੂੰ ਅਰੈਸਟ ਕਰ ਲਿਆ ਜਾਵੇ। ਉਸੇ ਟਾਈਮ ਹੀ ਜਦੋਂ ਗੁਰਮੀਤ ਰਾਮ ਰਹੀਮ ਨੂੰ ਅਰੈਸਟ ਕਰ ਲਿਆ ਗਿਆ ਤਾਂ ਉਹਨਾਂ ਦੇ ਡੇਰਾ ਪ੍ਰੇਮੀਆਂ ਦੇ ਵੱਲੋਂ ਪੰਚਕੂਲਾ ਦੇ ਵਿੱਚ ਬਹੁਤ ਸਾਰੀ ਜਿਹੜੀ ਆ ਭੰਨ ਤੋੜ ਕੀਤੀ ਗਈ, ਬਹੁਤ ਸਾਰੀਆਂ ਗੱਡੀਆਂ ਨੂੰ ਵੀ ਉੱਥੇ ਜਿਹੜੀ ਹੈ ਸ਼ਰੇਆਮ ਅੱਗ ਲਗਾਈ ਗਈ ਤੇ ਬਹੁਤ ਸਾਰੀ ਸਰਕਾਰੀ ਪ੍ਰਾਪਰਟੀਆਂ ਦੀ ਵੀ ਜਿਹੜੇ ਆ ਨੁਕਸਾਨ ਕੀਤਾ ਗਿਆ, ਜਿਸ ਦੇ ਵਿੱਚ ਜਿਹੜੀ ਆ ਅਦਾਲਤ ਦੇ ਵਿੱਚ ਅੱਜ ਵੀ ਜਿਹੜੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਸਾਰੀਆਂ ਕਿੰਨਾ ਉੱਥੇ ਪੰਚਕੂਲਾ ਦੇ ਵਿੱਚ ਨੁਕਸਾਨ ਹੋਇਆ ਸੀ ਕਿੰਨਾ ਨਹੀਂ
ਉਹ ਸਾਰਾ ਕੁਝ ਅਦਾਲਤ ਦੇ ਵਿੱਚ ਜਦੋਂ ਇੱਕ ਟੀਮ ਬਣਾਈ ਗਈ ਸੀ ਸਰਕਾਰ ਦੇ ਵੱਲੋਂ ਕਿ ਜਿਹੜਾ ਹਰਿਆਣਾ ਦੇ ਵਿੱਚ ਵੀ, ਜਿਹੜਾ ਸਿਰਸਾ ਦੇ ਵਿੱਚ ਵੀ, ਜਿਹੜਾ ਪੰਚਕੂਲਾ ਦੇ ਵਿੱਚ ਵੀ ਜਦੋਂ ਇਹਨੂੰ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ ਕਿ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਸਾਰੇ ਦੀ ਹਜੇ ਤੱਕ ਜਾਂਚ ਪੜਤਾਲ ਚੱਲ ਰਹੀ ਹੈ। ਜਦੋਂ ਸਾਰੀ ਜਾਂਚ ਪੜਤਾਲ ਹੋ ਜਾਵੇਗੀ ਤਾਂ ਅਦਾਲਤ ਇਹਦਾ ਜ਼ਿੰਮਾ ਕਿਸ ਦੇ ਸਿਰ ਮੜੇਗੀ? ਕੀ ਇਹ ਸਰਕਾਰ ਦੇ ਸਿਰ ਮੜੇਗੀ ਕਿ ਕੀ ਇਹ ਗੁਰਮੀਤ ਰਾਮ ਰਹੀਮ ਦੇ ਸਿਰ ਮੜੇਗੀ? ਕਿਉਂਕਿ ਬਹੁਤ ਕਰੋੜਾਂ ਦਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦੇ ਵਿੱਚ ਵੀ, ਸਿਰਸਾ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਤੇ ਹੋਇਆ ਸੀ। ਜਦੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਹਨਾਂ ਦੇ ਡੇਰਾ ਪ੍ਰੇਮੀਆਂ ਦੇ ਵੱਲੋਂ ਬਹੁਤ ਸਾਰੀ ਉੱਥੇ ਜਿਹੜੀ ਹੈ ਭੰਨ ਤੋੜ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਜਿਹੜੀ ਉੱਥੇ ਭਾਰੀ ਫੋਰਸ ਪਹੁੰਚੀ ਹੋਈ ਸੀ ਉਸ ਨੇ ਜਿਹੜੀ ਇਹਨਾਂ ਸਾਰੀ ਭੀੜ ਨੂੰ ਕਾਬੂ ਕਰਨ ਦੇ ਲਈ ਉੱਥੇ ਬਹੁਤ ਜਿਹੜਾ ਲਾਠੀ ਚਾਰਜ ਵੀ ਹੋਇਆ, ਉੱਥੇ ਜਿਹੜਾ ਬਹੁਤ ਪੁਲਿਸ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉੱਥੇ ਸਾਰੇ ਜਿਹੜੇ ਡੇਰਾ ਪ੍ਰੇਮੀ ਸੀ ਉਹ ਆਪੇ ਤੋਂ ਬਾਹਰ ਹੋ ਗਏ ਸੀ ਜਦੋਂ ਉਹਨਾਂ ਦੇ ਪਿਤਾ ਜੀ ਨੂੰ ਸਜ਼ਾ ਸੁਣਾਈ ਗਈ ਸੀ ਅਦਾਲਤ ਦੇ ਵੱਲੋਂ। ਪਰ ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਵਿੱਚ ਜਿਹੜੀਆਂ ਸਾਧਵੀ ਜਿਨ੍ਹਾਂ ਨਾਲ ਯੌਨ ਸ਼ੋਸ਼ਣ ਹੋਇਆ ਸੀ ਉਹਨਾਂ ਨੇ ਵੀ ਅਦਾਲਤ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜਿਹੜਾ ਆ ਇਹ ਕੇਸ ਚੱਲ ਰਿਹਾ ਸੀ ਕਿ ਕਿਵੇਂ ਉਹਨਾਂ ਨੇ ਗੁਪਤ ਚਿੱਠੀ ਪਾ ਕੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਹਨਾਂ ਨਾਲ ਇਹ ਸਾਰਾ ਕੁਝ ਹੋਇਆ ਆ, ਕਿਉਂਕਿ ਜਦੋਂ ਪਾਵਰ ਦੇ ਵਿੱਚ ਸੀ ਗੁਰਮੀਤ ਰਾਮ ਰਹੀਮ ਤਾਂ ਉਦੋਂ ਪਾਵਰ ਦੇ ਨਸ਼ੇ ਦੇ ਵਿੱਚ ਬਹੁਤ ਸਾਰੇ ਦੁਸ਼ਕਰਮ ਕੀਤੇ ਸੀ, ਜਿਨ੍ਹਾਂ ਦਾ ਨਤੀਜਾ ਉਹਨਾਂ ਨੂੰ ਜਦੋਂ ਪੰਚਕੂਲਾ ਦੇ ਵਿੱਚ ਜਦੋਂ ਅਦਾਲਤ ਨੇ ਜਦੋਂ ਉਹਨਾਂ ਨੂੰ ਇਹ ਸਜ਼ਾ ਸੁਣਾਈ ਤਾਂ ਉਦੋਂ ਉਹਨਾਂ ਨੂੰ ਜਿਹੜਾ ਇਨਸਾਫ ਮਿਲਿਆ ਸੀ, ਜਿਹੜੀਆਂ ਸਾਧਵੀਆਂ ਸੀ ਉਹਨਾਂ ਨੂੰ ਇਨਸਾਫ ਮਿਲਿਆ ਸੀ ਤੇ ਜਿਹੜੇ ਪੱਤਰਕਾਰਾਂ ਦੀ ਹੱਤਿਆ ਕਰਵਾਈ ਗਈ ਸੀ ਤੇ ਉਹਨਾਂ ਦੇ ਘਰਦਿਆਂ ਨੂੰ ਵੀ ਜਦੋਂ ਇਨਸਾਫ ਮਿਲਿਆ ਸੀ ਤਾਂ ਉਦੋਂ ਜਿਹੜੇ ਆ ਡੇਰਾ ਪ੍ਰੇਮੀਆਂ ਦੇ ਵੱਲੋਂ ਜਿਹੜੇ ਆ ਇਹ ਕਿਹਾ ਗਿਆ ਸੀ ਕਿ ਇਹ ਸਰਾਸਰ ਉਹਨਾਂ ਦੇ ਪਿਤਾ ਨੂੰ ਫਸਾਉਣ ਵਾਲੀਆਂ ਗੱਲਾਂ ਨੇ, ਉਹਨਾਂ ਦੇ ਪਿਤਾ ਜੀ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਆ। ਪਰ ਅਦਾਲਤ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਆ ਸਹੀ ਸਾਬਤ ਹੋਇਆ ਸੀ, ਜਿਹੜੇ ਉਹਨਾਂ ਦੇ ਦੋਸ਼ ਲੱਗੇ ਸੀ ਉਹ ਅਦਾਲਤ ਦੇ ਵਿੱਚ ਸਹੀ ਸਾਬਤ ਹੋ ਗਏ ਸੀ, ਜਿਸ ਦੇ ਕਰਕੇ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀ ਤੇ ਉਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਆ ਸੁਨਾਰੀਆ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਉਹ ਅੱਜ ਵੀ ਜਿਹੜੇ ਆ ਸਜ਼ਾ ਕੱਟ ਰਹੇ ਨੇ ਇਹਨਾਂ ਕੇਸਾਂ ਦੇ ਵਿੱਚ। ਪਰ ਜਿਹੜਾ ਹਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਬੇਅਦਬੀ ਨੂੰ ਲੈ ਕੇ ਜਿਹੜੀਆਂ ਘਟਨਾਵਾਂ ਹੋਈਆਂ ਸਨ ਉਹਨਾਂ ਦੇ ਉੱਪਰ ਜਦ ਹਜੇ ਤੱਕ ਜਿਹੜੇ ਆ ਕੇਸ ਚੱਲ ਰਹੇ ਨੇ ਗੁਰਮੀਤ ਰਾਮ ਰਹੀਮ ਦੇ ਉੱਪਰ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਚਰਨਜੀਤ ਚੰਨੀ ਦੀ ਜਦੋਂ ਸਰਕਾਰ ਸੀ ਉਦੋਂ ਉਹਨਾਂ ਨੇ ਨਵੀਂ ਜਿਹੜੀ SIT ਟੀਮ ਬਣਾਈ ਸੀ ਤਾਂ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਮੁੱਖ ਮੁਲਜ਼ਮ ਜਦੋਂ ਇੱਕ ਮੁੱਖ ਦੋਸ਼ੀ ਜਿਹੜਾ ਆ ਕਰਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜਿਹੜਾ ਫਰੀਦਕੋਟ ਦੀ ਅਦਾਲਤ ਦੇ ਵਿੱਚ ਵੀ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਸੀ। ਪਰ ਜਦੋਂ ਗੁਰਮੀਤ ਰਾਮ ਰਹੀਮ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਾਈ ਕਿ ਜੇਕਰ ਉਹ ਪੰਜਾਬ ਆਉਣਗੇ ਤਾਂ ਪੰਜਾਬ ਆਉਣ ਤੇ ਉਹਨਾਂ ਦੀ ਜਾਨ ਨੂੰ ਉਹਨਾਂ ਨੇ ਖਤਰਾ ਦੱਸਿਆ ਸੀ, ਜਿਸ ਤੋਂ ਬਾਅਦ ਜਿਹੜਾ ਪੰਜਾਬ ਨੇ ਉਹਨਾਂ ਨੂੰ ਇਹ ਜਿਹੜੀ ਅਦਾਲਤ ਨੇ ਉਹਨਾਂ ਨੂੰ ਇਹ ਰਾਹਤ ਦਿੱਤੀ ਸੀ ਕਿ ਤੁਸੀਂ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜਾ ਆ ਤੁਸੀਂ ਪੇਸ਼ੀ ਕਰਵਾ ਸਕਦੇ ਹੋ। ਪਰ ਤੁਹਾਨੂੰ ਦੱਸ ਦਈਏ ਕਿ ਅੱਜ ਗੁਰਮੀਤ ਰਾਮ ਰਹੀਮ ਹੈ ਜਿਹੜਾ ਆ 1 ਮਹੀਨੇ ਦੀ ਪੈਰੋਲ ਤੇ ਇੱਕ ਵਾਰ ਫਿਰ ਬਾਹਰ ਆਇਆ ਆ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਮਨਜ਼ੂਰੀ ਦਿੱਤੀ ਹੈ, ਕਿਉਂਕਿ ਉੱਤਰ ਪ੍ਰਦੇਸ਼ ਦੀ ਜਿਹੜੀ ਪੁਲਿਸ ਹੈ ਉਹਨੇ ਅਦਾਲਤ ਦੇ ਵਿੱਚ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ NOC ਪੇਸ਼ ਕੀਤੀ ਸੀ, ਜਿਸ ਤੋਂ ਬਾਅਦ ਯੂਪੀ ਦੇ ਵਿੱਚ ਰਹਿਣ ਦੀ ਸ਼ਰਤ ਦੇ ਉੱਪਰ ਹੀ ਜਿਹੜੇ ਆ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਸੀ 1 ਮਹੀਨੇ ਦੀ। ਤੇ ਹੁਣ ਗੁਰਮੀਤ ਰਾਮ ਰਹੀਮ ਜਿਹੜਾ ਯੂਪੀ ਦੇ ਵਿੱਚ ਸਥਿਤ ਜਿਹੜਾ ਉਹਨਾਂ ਦਾ ਬਾਗਪਤ ਜਿਹੜਾ ਉਹਨਾਂ ਦਾ ਡੇਰਾ ਆ ਆਸ਼ਰਮ ਆ ਉਹਦੇ ਵਿੱਚ 1 ਮਹੀਨਾ ਰਹਿਣਗੇ। ਇਸ ਤੋਂ ਪਹਿਲਾਂ ਜਿਹੜੇ ਆ ਗੁਰਮੀਤ ਰਾਮ ਰਹੀਮ ਇਸ ਤੋਂ ਪਹਿਲਾਂ ਉਹ ਗੁਰੂਗ੍ਰਾਮ ਦੇ ਵਿੱਚ ਆਪਣੀ 21 ਦਿਨਾਂ ਦੀ ਪੈਰੋਲ ਕੱਟ ਚੁੱਕੇ ਨੇ। ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਜਦੋਂ ਗੁਰਮੀਤ ਰਾਮ ਰਹੀਮ ਬਾਹਰ ਆਏ ਸੀ ਤਾਂ ਉਦੋਂ ਇਹ ਮੁੱਦਾ ਬਹੁਤ ਭਖਿਆ ਹੋਇਆ ਸੀ ਕਿ ਸ਼ਾਇਦ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਪੈਰੋਲ 21 ਦਿਨਾਂ ਦੀ ਦਿੱਤੀ ਗਈ ਆ ਉਹ ਇਸੇ ਕਰਕੇ ਹੀ ਦਿੱਤੀ ਗਈ ਹੈ ਕਿ ਤਾਂ ਜੋ ਜਿਹੜੀਆਂ ਚੋਣਾਂ ਦੇ ਵਿੱਚ ਜਿਹੜੀ ਆਪਣੇ ਪ੍ਰੇਮੀਆਂ ਦੇ ਵੱਲੋਂ ਕਿਸੇ ਨਾ ਕਿਸੇ ਪਾਰਟੀ ਦਾ ਸਮਰਥਨ ਕਰ ਸਕਣ, ਜਿਸ ਕਰਕੇ ਜਿਹੜੀ ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ। ਪਰ 21 ਦਿਨਾਂ ਦੀ ਜਦੋਂ ਉਹਨਾਂ ਦੀ ਪੈਰੋਲ ਖਤਮ ਹੋਈ ਤਾਂ ਉਸ ਤੋਂ ਬਾਅਦ ਉਹ ਸਿੱਧਾ ਹੀ ਡਾਇਰੈਕਟ ਜਿਹੜਾ ਸੁਨਾਰੀਆ ਜੇਲ੍ਹ ਦੇ ਵਿੱਚ ਚਲੇ ਗਏ ਸੀ, ਕਿਉਂਕਿ ਉਹਨਾਂ ਨੇ ਕਿਸੇ ਦੇ ਨਾਲ ਵੀ ਮੁਲਾਕਾਤ ਨਹੀਂ ਕੀਤੀ, ਸਿਰਫ ਗੁਰੂਗ੍ਰਾਮ ਦੇ ਵਿੱਚ ਰਹਿ ਕੇ ਆਪਣੇ ਡੇਰੇ ਦੇ ਵਿੱਚ ਰਹਿ ਕੇ 21 ਦਿਨ ਉਹਨਾਂ ਨੇ ਕੱਟੇ ਸੀ, ਜਿਸ ਦੇ ਕਰਕੇ ਉਹਨਾਂ ਨੇ ਆਪਣੇ ਕਿਸੇ ਵੀ ਜਿਹੜੀ ਹੈ ਨਾ ਉਹਨਾਂ ਨੇ ਕੋਈ ਸੰਗਤ ਕੀਤੀ ਸੀ, ਨਾ ਹੀ ਕਿਸੇ ਜਿਹੜੇ ਉਹਨਾਂ ਦੇ ਡੇਰਾ ਪ੍ਰੇਮੀ ਨੇ, ਨਾ ਹੀ ਜਿਹੜੇ ਉਹਨਾਂ ਦੇ ਪ੍ਰੇਮੀ ਨੇ ਜਿਹੜੇ ਗੁਰਮੀਤ ਰਾਮ ਰਹੀਮ ਦੀ ਸੰਗਤ ਆ, ਨਾ ਹੀ ਉਹਨਾਂ ਨੇ ਆਪਣੀ ਕਿਸੇ ਸੰਗਤ ਦੇ ਨਾਲ ਮੁਲਾਕਾਤ ਕੀਤੀ। ਸਿਰਫ ਤੇ ਸਿਰਫ ਇੱਕ ਪੱਤਰ ਦੇ ਜ਼ਰੀਏ ਜਾਂ ਕਿਸੇ ਦੇ ਸੁਨੇਹੇ ਹੱਥ ਭੇਜ ਕੇ ਹੀ ਸਿਰਫ ਉਹ ਸੰਗਤ ਦੇ ਨਾਲ ਗੱਲ ਕਰਦੇ ਸੀ। ਉੱਦਾਂ ਹੀ ਹੁਣ ਜਿਹੜੀ ਅੱਜ ਜਿਹੜੀ ਅਦਾਲਤ ਨੇ
ਸਿਰਫ ਤੇ ਸਿਰਫ ਉਹਨਾਂ ਨੂੰ यूपी ਦੇ ਵਿੱਚ ਰਹਿਣ ਦੇ ਲਈ ਹੀ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ यूपी ਦੇ ਵਿੱਚ ਹੀ ਰਹਿਣਾ ਆ ਤੇ ਜਿਹੜਾ ਉਹਨਾਂ ਦਾ यूपी ਦੇ ਵਿੱਚ ਜਿਹੜਾ ਡੇਰਾ ਆ ਸਿਰਫ ਉਹਦੇ ਵਿੱਚ ਰਹਿਣ ਦੇ ਉੱਪਰ ਸ਼ਰਤ ਦੇ ਉੱਪਰ ਹੀ ਜਿਹੜਾ ਉਹਨਾਂ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਹੈ। ਤੁਹਾਨੂੰ ਦੱਸ ਦਈ ਹੈ ਕਿ ਗੁਰਮੀਤ ਰਾਮ ਰਹੀਮ ਦੇ ਵੱਲੋਂ 40 ਦਿਨਾਂ ਦੀ ਪੈਰੋਲ ਜਿਹੜੀ ਮੰਗੀ ਗਈ ਸੀ, ਪਰ ਸਿਰਫ ਅਦਾਲਤ ਨੇ ਉਹਨਾਂ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਜਦੋਂ ਮਾਤਾ ਜੀ ਦਾ ਜਿਹੜਾ ਉਹਨਾਂ ਦੀ ਸਿਹਤ ਵਿਗੜੀ ਸੀ ਤਾਂ ਉਦੋਂ ਵੀ ਸਿਰਫ 1 ਦਿਨ ਦੇ ਲਈ ਜਿਹੜੀ ਹੈ ਅਦਾਲਤ ਦੇ ਵੱਲੋਂ ਜਿਹੜੀ ਹੈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ 1 ਦਿਨ ਦੀ ਪੈਰੋਲ ਦਿੱਤੀ ਸੀ। ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਸਨ, ਤੇ ਅੱਜ ਜਿਹੜਾ ਆ ਤੀਜੀ ਵਾਰ ਜਦੋਂ ਉਹਨਾਂ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਇਸ ਜਿਸ ਦੇ ਵਿੱਚ ਹੁਣ ਉਹ यूपी ਦੇ ਵਿੱਚ ਜਿਹੜਾ ਉਹਨਾਂ ਦਾ ਡੇਰਾ ਆ ਉਹਦੇ ਵਿੱਚ ਜਿਹੜੇ ਆ 30 ਦਿਨ ਬਤੀਤ ਕਰਨਗੇ। ਉਸ ਤੋਂ ਬਾਅਦ ਫਿਰ ਜਿਹੜਾ ਆ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਹੀ ਚਲੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਅੱਜ ਸੁਨਾਰੀਆ ਜੇਲ੍ਹ ਦੇ ਵਿੱਚ ਜਦੋਂ 7:30 ਵਜੇ ਗੁਰਮੀਤ ਰਾਮ ਰਹੀਮ ਬਾਹਰ ਆਉਣ ਲੱਗੇ ਸੀ ਤਾਂ ਉਹਨਾਂ ਨੂੰ ਲੈਣ ਆਉਣ ਦੇ ਲਈ ਉਹਨਾਂ ਦੇ ਚਚੇਰੇ ਭਰਾ ਤੇ ਉਹਨਾਂ ਦੀ ਮੂੰਹ ਬੋਲੀ ਭੈਣ ਜਿਹੜੀ ਹਨੀਪ੍ਰੀਤ ਹੈ, ਜਿਹਨੂੰ ਲੈ ਕੇ ਬਹੁਤ ਸਾਰੇ ਵਿਵਾਦ ਵੀ ਖੜੇ ਹੋਏ ਸੀ, ਉਹ ਵੀ ਅੱਜ ਜਿਹੜੀ ਹੈ ਅੱਜ ਆਪਣੇ ਪਿਤਾ ਨੂੰ ਲੈਣ ਉੱਥੇ ਸੁਨਾਰੀਆ ਜੇਲ੍ਹ ਦੇ ਵਿੱਚ ਪਹੁੰਚੀ ਹੋਈ ਸੀ। ਇਹਨਾਂ ਦੋਨਾਂ ਜਾਣਿਆਂ ਦੇ ਨਾਲ ਉਹ ਭਾਰੀ ਸੁਰੱਖਿਆ ਫੋਰਸ ਦੇ ਨਾਲ ਉਹਨਾਂ ਨੂੰ ਉੱਥੇ ਡੇਰੇ ਦੇ ਵਿੱਚ ਜਿਹੜੀ ਉਹਨਾਂ ਨੂੰ ਰਵਾਨਾ ਕੀਤਾ ਗਿਆ। ਜਦੋਂ ਉਹ ਉੱਥੇ ਪਹੁੰਚ ਗਏ ਤਾਂ ਉਦੋਂ ਉਹਨਾਂ ਦੀ ਜਿਹੜੀ ਭਾਰੀ ਸੁਰੱਖਿਆ ਫੋਰਸ ਵੀ ਉੱਥੇ ਜਿਹੜੀ ਲਾਈ ਗਈ ਹੈ ਉਹਨਾਂ ਦੀ ਸੁਰੱਖਿਆ ਦੇ ਵਿੱਚ, ਕਿਉਂਕਿ ਅਦਾਲਤ ਦੇ ਵਿੱਚ ਜਦੋਂ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਇਹ ਉਹਨਾਂ ਨੂੰ ਕਿਹਾ ਸੀ ਕਿ ਜਿਹੜਾ ਉਹਨਾਂ ਦੀ ਜਿਹੜੀ ਸੁਰੱਖਿਆ ਨੂੰ ਲੈ ਕੇ NOC ਪੇਸ਼ ਕੀਤੀ ਸੀ, ਜਿਸ ਦੇ ਕਰਕੇ ਅਦਾਲਤ ਨੇ ਉਹਨਾਂ ਨੂੰ ਜਿਹੜੀ ਹੈ ਇਸੇ ਸ਼ਰਤ ਦੇ ਉੱਪਰ ਜਿਹੜੇ यूपी ਦੇ ਵਿੱਚ ਰਹਿਣ ਦੀ ਵਿੱਚ ਜਿਹੜੀ ਸ਼ਰਤ ਹੈ ਉਸ ਦੇ ਵਿੱਚ ਹੀ ਕਰਕੇ ਜਿਹੜੀ 30 ਦਿਨਾਂ ਦੀ ਉਹਨਾਂ ਦੀ ਪੈਰੋਲ ਦੀ ਜਿਹੜੀ ਮੰਗ ਜਿਹੜੀ ਆ ਉਹ ਪੂਰੀ ਕੀਤੀ ਹੈ। ਹੁਣ 30 ਦਿਨ ਜਦੋਂ ਉਹਨਾਂ ਦੇ ਖਤਮ ਹੋਣਗੇ ਉਹ ਫਿਰ ਤੋਂ ਜਿਹੜਾ ਮੁੜ ਹੈ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਹੀ ਵਾਪਸ ਆ ਜਾਣਗੇ। ਧੰਨਵਾਦ।